ਚੜ੍ਹਦੇ ਪੰਜਾਬ ਦੀ ਪਬਲਿਕ ਨੂੰ ਤਵੱਕੋ ਵੀ ਨਹੀਂ ਸੀ। ਪਾਕਿਸਤਾਨ ਦੀ ਪਬਲਿਕ ਜਾਂ ਪਾਕਿਸਤਾਨ ਦੀ ਇੰਤਜ਼ਾਮੀਆ ਇਸ ਹੱਦ ਤੱਕ ਜਿਹੜਾ ਉਹ ਤਾਉਨ ਕਰੇਗੀ। ਉਧਰ ਉਹ ਡੱਕੇ ਲਗਾ ਰਹੇ ਸਨ, ਇੱਧਰ ਸਾਡੀ ਇੰਤਜ਼ਾਮੀਆ ਰਸਤੇ ਕਲੀਅਰ ਕਰ ਰਹੀ ਸੀ। ਇਹ ਇੱਕ ਬੜਾ ਇੱਕ ਅਨੋਖਾ ਵਾ ਜਿਹਨੂੰ ਕਹਿ ਸਕਦੇ ਹੋ ਕਿ ਇਨਸਾਨੀਅਤ ਦਾ ਇੱਕ ਅਜ਼ੀਮ ਤਰੀਨ ਮਿਸਾਲ ਕਾਇਮ ਕੀਤੀ ਹੈ। ਪਾਕਿਸਤਾਨੀ ਇੰਤਜ਼ਾਮੀਆ ਨੇ ਕੀ ਕੀਤਾ ਕਿ ਇੰਡੀਆ ਦੀ ਮੀਡੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਦੇਖੀ ਨਾ ਚੜ੍ਹਦੇ ਪੰਜਾਬ, ਉਹਨਾਂ ਨੇ ਟਾਈਮ ਤੋਂ ਪਹਿਲਾਂ ਹੀ ਮੁਕੰਮਲ ਤੌਰ ਤੇ ਪੂਰੇ ਰੂਟ ਦੇ ਵਿੱਚ ਪਾਕਿਸਤਾਨੀ ਇੰਤਜ਼ਾਮੀਆ ਨੇ ਸਾਰੇ ਦਰੇ ਖੋਲ ਦਿੱਤੇ ਤਾਂ ਕਿ ਪਾਕਿਸਤਾਨ ਨੇ ਯਾਨੀ ਸਾਰੇ ਦਰੇ ਖੋਲਤੇ ਜਿਹੜੇ ਖੋਲ ਦਿੱਤੇ ਸਨ ਜਿੰਨੇ ਵੀ ਹੈਡਵਰਕਸ ਤੇ ਆਉਂਦੇ ਨੇ। ਜੇ ਪਾਕਿਸਤਾਨ ਦਰੇ ਨਾ ਖੋਲਦਾ ਤੇ ਇੰਡੀਆ ਦੇ ਵਿੱਚ ਯਾਨੀ ਚੜ੍ਹਦੇ ਪੰਜਾਬ ਦੇ ਵਿੱਚ ਜਿੱਥੇ 5-5 ਜਾਂ 4-4 ਫੁੱਟ ਪਾਣੀ ਚੱਲ ਰਿਹਾ ਉੱਥੇ 8-8 ਫੁੱਟ ਤੱਕ 9 ਫੁੱਟ ਤੱਕ ਵੀ ਪਾਣੀ ਜਾ ਸਕਦਾ ਸੀ। ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੋ ਸਕਦਾ, ਯਾਨੀ ਇਹਦੇ ਨਾਲ ਡਬਲ ਨੁਕਸਾਨ ਹੋ ਸਕਦਾ ਸੀ, ਇਹਨਾਂ ਨਾਲ ਦੁੱਗਣਾ ਨੁਕਸਾਨ ਹੋ ਸਕਦਾ। अस्सलाम वालेकुम नाजरीन, मैं अब्दुल बासित इकराम ਤੇ ਤੁਸੀਂ ਵੇਖ ਰਹੇ ਹੋ ਸਿਆਲਕੋਟ ਪਲੱਸ। ਨਾਜ਼ਰੀਨ, ਇੱਕ ਬੜੇ ਦੇਰ ਤੋਂ ਅਸੀਂ ਦੇਖ ਰਹੇ ਹਾਂ ਫੇਸਬੁੱਕ ਤੇ YouTube ਤੇ ਵੀਡੀਓਜ਼ ਵਾਇਰਲ ਨੇ ਕਿ ਸਾਡੇ ਚੜ੍ਹਦੇ ਪੰਜਾਬ ਵੱਲ ਯਾਨੀ ਜਿਹੜਾ ਇੰਡੀਆ ਦਾ ਪੰਜਾਬ ਆ ਉੱਥੇ ਸੈਲਾਬ ਆਇਆ ਔਰ ਉਹਨਾਂ ਨੇ ਬੜੇ ਜੋ ਹੈ ਗਾਣੇ ਵੀ ਇਸ 'ਤੇ ਬਣਾਏ ਕਿ ਅਸੀਂ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਦੇ ਪੰਜਾਬ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਉਹਨਾਂ ਨੇ ਦਰੇ ਖੋਲ੍ਹਤੇ। ਜੇ ਦਰੇ ਨਾ ਖੋਲ੍ਹਦੇ ਤੇ ਕਿਆ ਲਹਿੰਦਾ ਚੜ੍ਹਦਾ ਪੰਜਾਬ ਸੀ ਜਿਹੜਾ ਉਹ ਡੁੱਬ ਸਕਦਾ ਸੀ। ਇਸ ਤਰ੍ਹਾਂ ਜਿਹੜਾ ਉਹਨਾਂ ਨੇ ਬੜਾ ਹੀ ਵੱਧ ਚੜ੍ਹ ਕੇ ਪਾਕਿਸਤਾਨੀ ਪੰਜਾਬੀਆਂ ਦਾ ਜਿਹੜਾ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਇਸ ਮੁਸ਼ਕਲ ਵਕਤ ਦੇ ਵਿੱਚ ਸਾਡਾ ਸਾਥ ਦਿੱਤਾ। ਇਹ ਇੰਡੀਆ ਦੇ ਪੰਜਾਬ ਯਾਨੀ ਚੜ੍ਹਦੇ ਪੰਜਾਬ 'ਚ ਸੈਲਾਬ ਕਿਉਂ ਆਇਆ ਔਰ ਅਸੀਂ ਕਿਹੜੇ ਦਰੇ ਖੋਲ੍ਹੇ ਕਿ ਜਿਹੜਾ ਚੜ੍ਹਦਾ ਪੰਜਾਬ ਸੀ ਉਹ ਬਹੁਤ ਵੱਡੀ ਮੁਸ਼ਕਲ ਤੋਂ ਬਚ ਗਿਆ। ਸਾਡੇ ਨਾਲ ਜਿਹੜਾ ਉਹ ਸੀਨੀਅਰ ਮੈਟਰੋਲੋਜਿਸਟ ਨੇ ਜਾਫਰ ਦਿਦਾਰ ਸਾਹਿਬ ਸਿਆਲਕੋਟ ਤੋਂ, ਜਿਹੜੇ ਅੱਜ ਐਸੇ ਗੱਲ ਤੇ ਇਨਸ਼ਾਅੱਲਾ ਰੋਸ਼ਨੀ ਪਾਣਗੇ। अस्सलाम वालेकुम सर जी। ਵਾਲੇਕੁਮ ਸਲਾਮ ਜਨਾਬ। ਸਰ, ਸਭ ਤੋਂ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਬੜੇ ਮੁਸ਼ਕਲ ਹਾਲਾਤ ਨੇ ਸਾਡੇ ਚੜ੍ਹਦੇ ਪੰਜਾਬ ਦੇ, ਤੇ ਕੀ ਕਹੋਗੇ ਤੁਸੀਂ ਜਿਹੜਾ ਸੈਲਾਬ ਆਇਆ ਕੀ ਵਜ੍ਹਾ ਬਣੀ ਸੈਲਾਬ ਦੀ? ਸੈਲਾਬ ਦੀ ਅਸਲ ਵਜ੍ਹਾ ਬਣੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਹਿਮਾਲਿਆ ਦੇ ਯਾਨੀ ਬਿਲਕੁਲ ਗਾੜੇ ਪਹਾੜਾਂ ਦਾ ਉੱਥੇ 2-3 ਦਿਨ ਲਗਾਤਾਰ ਵਕਫੇ ਨਾਲ 300 ਮਿਲੀਮੀਟਰ 400 ਮਿਲੀਮੀਟਰ ਦੇ ਕਲਾਊਡ ਬਰਸਟ ਹੋਏ ਨੇ। ਹੁਣ ਉਹ ਜਿਹੜਾ ਇੱਕ ਚੈਨਲ ਸੀ ਪੂਰਾ ਉਹ ਸਿੱਧਾ ਦਰਿਆ ਬਿਆਸ ਔਰ ਸਤਲੁਜ ਦੇ ਵਿੱਚ ਡਿੱਗਦਾ ਸੀ ਔਰ ਕੁਝ ਹਿੱਸਾ ਉਹਦਾ ਦਰਿਆ ਰਾਵੀ ਦੇ ਵਿੱਚ ਸੀ, ਲੇਕਿਨ ਜ਼ਿਆਦਾ ਜਿਹੜਾ ਸੀ ਨਾ ਉਹ ਬੋਝ ਉਹ ਸੀ ਦਰਿਆ ਸਤਲੁਜ ਦੇ। ਹੁਣ ਦਰਿਆ ਸਤਲੁਜ ਵਾਹਿਦ ਦਰਿਆ ਹੈ ਕਿ ਜਿਹੜਾ ਚੜ੍ਹਦੇ ਪੰਜਾਬ ਦੇ ਵਿੱਚੋਂ ਵੀ ਗੁਜ਼ਰ ਕੇ ਹੋਏ ਪਾਕਿਸਤਾਨ 'ਚ ਆਉਂਦਾ ਹੈ, ਸਾਡੇ ਪੰਜਾਬ 'ਚ ਦਾਖਲ ਹੁੰਦਾ ਹੈ। ਤੇ ਦਰਿਆ ਸਤਲੁਜ ਦੀ ਸਤ੍ਹਾ ਇੱਕਦਮ ਵਧੀ। ਅੱਛਾ, ਫਿਰ ਉਹਨਾਂ ਦੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁਲਹਕਾ ਜਿਹੜਾ ਡੈਮ ਸੀ ਨਾ ਉਹ ਵੀ ਮਜਬੂਰਨ ਉਹਨਾਂ ਨੂੰ ਉਹਦੇ ਸਪਿਲਵੇ ਖੋਲ੍ਹਣੇ ਪਏ ਤੇ ਮੌਕਾ ਹੀ ਨਹੀਂ ਮਿਲਿਆ ਉਹਨਾਂ ਨੂੰ ਸੰਭਲਣ ਦਾ। ਤੇ ਜਿਹੜੇ ਦਰਿਆ ਸਤਲੁਜ ਦੇ ਨਾਲ ਜਿੰਨੇ ਵੀ ਸ਼ਹਿਰ ਸਨ ਉਹ ਉਹਨਾਂ 'ਚ ਬਹੁਤ ਜ਼ਿਆਦਾ ਜਾਈ ਤਬਾਹੀ ਮਚੀ। ਖਾਸ ਤੌਰ ਤੇ ਪਟਿਆਲਾ ਸ਼ਹਿਰ ਹੋ ਗਿਆ, ਰੋਪੜ ਹੋ ਗਿਆ, ਫਿਰ ਪਾਕਿਸਤਾਨ ਦੇ ਨਾਲ ਬਾਰਡਰ ਦੇ ਨਾਲ ਮੁਲਹਿਕਾ ਜਿੰਨੇ ਵੀ ਸ਼ਹਿਰ ਸਨ। ਅੱਛਾ ਸਰ ਜੀ, ਇੱਕ ਗੱਲ ਜਿਹੜੀ ਬਾਰ-ਬਾਰ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਪਤਾ ਸਿੱਖਾਂ ਨੇ ਗਾਣੇ ਵੀ ਬਣਾਤੇ ਕਿ ਅਸੀਂ ਸ਼ੁਕਰੀਆ ਅਦਾ ਕਰਨੇ ਆ ਬੜਾ ਜੀ, ਇਹਨਾਂ ਨੇ ਸਾਡੇ ਨਾਲ ਇਹ ਕੀਤਾ ਤੇ ਬੜੀ ਉਹਨਾਂ ਨੇ ਮੁਹੱਬਤ ਦਾ ਇਜ਼ਹਾਰ ਵੀ ਕੀਤਾ ਕਿ ਤੁਸੀਂ ਦਰੇ ਖੋਲ੍ਹਤੇ। ਉਹ ਦਰੇ ਕਿਆ ਪਾਕਿਸਤਾਨ ਨੇ ਵਾਕਈ ਖੋਲ੍ਹੇ ਤੇ ਉਹ ਕਿਹੜੇ ਦਰੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਇੰਨਾ ਸ਼ੁਕਰੀਆ ਅਦਾ ਕਰ ਰਹੇ ਨੇ? ਦੇਖੋ, ਜਦੋਂ ਐਸਾਂ ਦੀ ਸਿਚੁਏਸ਼ਨ ਹੁੰਦੀ ਹੈ, ਜਦੋਂ ਐਸਾਂ ਦੀ ਸੂਰਤ ਹਾਲ ਹੁੰਦੀ ਹੈ ਤੇ ਇੰਤਜ਼ਾਮੀਆ ਦੋਵਾਂ ਸਾਈਡਾਂ ਦੀ ਇੱਕ ਦੂਸਰੇ ਨਾਲ ਮੁਕੰਮਲ ਤੌਰ ਤੇ ਕਮਿਊਨੀਕੇਸ਼ਨ ਦੇ ਵਿੱਚ ਹੁੰਦੀ ਹੈ। ਜਿਸ ਟਾਈਮ ਇੰਡੀਆ ਦੇ ਵਿੱਚ ਇਹ ਸਿਚੁਏਸ਼ਨ ਬਣੀ ਸੀ ਚੜ੍ਹਦੇ ਪੰਜਾਬ ਦੇ ਵਿੱਚ ਤੇ ਉਹਨਾਂ ਦੀ ਇੰਤਜ਼ਾਮੀਆ ਨੇ ਪਹਿਲਾਂ ਹੀ ਪਾਕਿਸਤਾਨੀ ਇੰਤਜ਼ਾਮੀਆ ਨੂੰ ਅਲਰਟ ਕਰ ਦਿੱਤਾ ਸੀ ਕਿ ਬਹੁਤ ਵੱਡਾ ਰੇਲਾ ਆ ਰਿਹਾ ਤੇ ਬੰਦੋਬਸਤ ਕਰ ਲਓ। ਹੁਣ ਸਾਡੇ ਏਰੀਏ ਦੇ ਵਿੱਚ 2-3 ਹੈਡ ਵਰਕਸ ਨੇ, ਠੀਕ ਹੈ, ਉਹ ਇੰਡੀਅਨ ਇੰਤਜ਼ਾਮੀਆ ਦੀ ਰਿਕੁਐਸਟ ਦੇ ਉੱਤੇ ਹੀ ਖੋਲੇ ਜਾ ਸਕਦੇ ਸਨ। ਸਹੀ ਹੈ। ਜਾਂ ਦੂਸਰੀ ਸੂਰਤ ਇਹ ਹੁੰਦੀ ਹੈ ਕਿ ਫਲੱਡ ਅਲਰਟ ਦੇ ਵਿੱਚ ਖੋਲੇ ਜਾਂਦੇ ਨੇ। ਬਾਅਦ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਉਸ ਅਲਰਟ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ ਤੇ ਇੱਕ ਲਿਮਿਟ ਤੱਕ ਖੋਲੇ ਜਾਂਦੇ ਨੇ, ਜਾਂ ਫਿਰ ਉਹ ਪਿੱਛੋਂ ਜਿਹੜੀ ਉਹਨਾਂ ਨੂੰ ਡਾਟਾ ਮਿਲਿਆ ਹੁੰਦਾ ਉਹਦੇ ਮੁਤਾਬਕ ਖੋਲਦੇ ਨੇ, ਵਰਨਾ ਬਹੁਤ ਸੈਂਸਿਟਿਵ ਮਾਮਲਾ ਹੁੰਦਾ ਦਰੇ ਖੋਲ੍ਹਣੇ। ਸਹੀ ਹੈ। ਲੇਕਿਨ ਪਾਕਿਸਤਾਨੀ ਇੰਤਜ਼ਾਮੀਆ ਨੇ ਕੀ ਕੀਤਾ ਕਿ ਇੰਡੀਆ ਦੀ ਮੀਡੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਦੇਖੀ ਨਾ ਚੜ੍ਹਦੇ ਪੰਜਾਬ ਦੀ, ਉਹਨਾਂ ਨੇ ਟਾਈਮ ਤੋਂ ਪਹਿਲਾਂ ਹੀ ਮੁਕੰਮਲ ਤੌਰ ਤੇ ਪੂਰੇ ਰੂਟ ਦੇ ਵਿੱਚ ਪਾਕਿਸਤਾਨੀ ਇੰਤਜ਼ਾਮੀਆ ਨੇ ਸਾਰੇ ਦਰੇ ਖੋਲ੍ਹ ਦਿੱਤੇ ਸਨ। ਅੱਛਾ, ਤਾਂ ਕਿ ਪਾਕਿਸਤਾਨ ਨੇ ਯਾਨੀ ਸਾਰੇ ਦਰੇ ਖੋਲ੍ਹਤੇ ਜਿਹੜੇ ਖੋਲ੍ਹ ਦਿੱਤੇ ਸਨ ਜਿੰਨੇ ਵੀ ਹੈਡਵਰਕਸ ਤੇ ਆਉਂਦੇ ਨੇ, ਜਿਹਦੀ ਵਜ੍ਹਾ ਨਾਲ ਇੰਡੀਆ ਦੇ ਇੱਕ ਜਿਹੜੇ ਸਭ ਤੋਂ ਜ਼ਿਆਦਾ ਅਫੈਕਟਡ ਸ਼ਹਿਰ ਸਨ, ਇੱਕ ਤੇ ਉਹਨਾਂ ਤੋਂ ਪਾਣੀ ਬਹੁਤ ਜਲਦੀ ਉਤਰ ਗਿਆ, ਠੀਕ ਹੈ,
ਦੂਸਰਾ ਪਾਕਿਸਤਾਨ ਨੂੰ ਇਹ ਉਹਦਾ ਪਾਕਿਸਤਾਨੀ ਪੰਜਾਬੀਆਂ ਨੇ ਲਹਿੰਦੇ ਪੰਜਾਬ 'ਚ ਇਹ ਐਡਵਾਂਟੇਜ ਹੋਇਆ ਕਿ ਪਾਣੀ ਤੇਜ਼ੀ ਨਾਲ ਅੱਗੇ ਹੀ ਜਾ ਰਿਹਾ, ਜ਼ਿਆਦਾ ਨੁਕਸਾਨ ਨਹੀਂ ਹੋਇਆ। ਜੇ ਤੁਸੀਂ ਦਰੇ ਪਾਰਸ਼ਲੀ ਖੋਲ੍ਹਦੇ ਹੋ, ਥੋੜ੍ਹੇ ਥੋੜ੍ਹੇ ਕਰਕੇ ਖੋਲ੍ਹਦੇ ਹੋ, ਉਸ ਦਾ ਨੁਕਸਾਨ ਦਾ ਜ਼ਿਆਦਾ ਖਦਸ਼ਾ ਹੁੰਦਾ ਹੈ। ਇੱਕ ਸਵਾਲ ਹੈ ਕਿ ਜੇ ਪਾਕਿਸਤਾਨ ਇਹ ਦਰੇ ਪਾਣੀ ਨਾ ਖੋਲਦਾ ਤੇ ਫਿਰ ਕੀ ਹਾਲਾਤ ਹੋਣੇ ਸਨ? ਜੇ ਪਾਕਿਸਤਾਨ ਦਰੇ ਨਾ ਖੋਲ੍ਹਦਾ ਇਤਲਾਹ ਦੇ ਬਾਵਜੂਦ ਵੀ, ਤੇ ਇੰਡੀਆ ਦੇ ਵਿੱਚ ਯਾਨੀ ਚੜ੍ਹਦੇ ਪੰਜਾਬ ਦੇ ਵਿੱਚ ਜਿੱਥੇ 5-5 ਜਾਂ 4-4 ਫੁੱਟ ਪਾਣੀ ਚੱਲ ਰਿਹਾ, ਉੱਥੇ 8-8 ਫੁੱਟ ਤੱਕ 9 ਫੁੱਟ ਤੱਕ ਵੀ ਪਾਣੀ ਜਾ ਸਕਦਾ ਸੀ। ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੋ ਸਕਦਾ, ਯਾਨੀ ਇਹਦੇ ਨਾਲ ਡਬਲ ਨੁਕਸਾਨ ਹੋ ਸਕਦਾ ਸੀ, ਇਹਨਾਂ ਨਾਲ ਦੁੱਗਣਾ ਨੁਕਸਾਨ ਹੋ ਸਕਦਾ ਸੀ। ਅੱਛਾ। ਔਰ ਪਾਕਿਸਤਾਨ ਨੇ ਯਾਨੀ ਸਾਡੀ ਜਿਹੜੀ ਇੰਤਜ਼ਾਮੀਆ ਸੀ, ਠੀਕ ਹੈ, ਫਲੱਡ ਡਿਵੀਜ਼ਨ ਜਿਹੜਾ ਫੋਰਕਾਸਟਿੰਗ ਡਿਵੀਜ਼ਨ ਜਿਹੜਾ ਮਹਿਕਮਾ ਮੌਸਮੀਆਤ ਜਾਂ PDM ਵਾਲੇ, ਉਹਨਾਂ ਨੇ ਉਹਨਾਂ ਦੇ ਅਲਰਟ ਨੂੰ ਜ਼ਿਆਦਾ ਸੰਜੀਦਗੀ ਨਾਲ ਲਿਆ, ਠੀਕ ਹੈ। ਔਰ ਮੀਡੀਆ ਦੇ ਥਰੂ ਉਹਨਾਂ ਦੀ ਸੂਰਤ ਹਾਲ ਵੇਖਦਿਆਂ ਹੋਇਆਂ ਉਹਨਾਂ ਨੇ ਪਹਿਲਾਂ ਹੀ ਐਡਵਾਂਸ ਦੇ ਵਿੱਚ ਵੀ ਜਿੰਨੇ ਵੀ ਦਰਿਆ ਸਤਲੁਜ ਤੇ ਹੈਡਵਰਕ ਸਨ ਸਭ ਉਹਨਾਂ ਕਲੀਅਰ ਕਰ ਛੱਡੇ। ਅੱਛਾ। ਹਾਂਜੀ, ਉਹਨਾਂ ਦੇ ਸਾਰੇ ਦਰੇ ਪਹਿਲਾਂ ਹੀ ਖੋਲ੍ਹ ਦਿੱਤੇ ਤਾਂ ਕਿ ਬਗੈਰ ਰੁਕਾਵਟ ਦੇ ਪਾਣੀ ਅੱਗੇ ਚਲਾ ਜਾਏ। ਉਹਦੇ ਨਾਲ ਇਹ ਫਾਇਦਾ ਹੋਇਆ ਕਿ ਇੱਕ ਤੇ ਉਹਨਾਂ ਦੇ ਜਿਹੜੇ ਮੁਤਾਸਰਾ ਇਲਾਕੇ ਸਨ ਉਹਨਾਂ ਦਾ ਪਾਣੀ ਦਾ ਲੈਵਲ ਵੀ ਜਲਦੀ ਥੱਲੇ ਆ ਗਿਆ। ਸਹੀ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਵੀ ਤਵੱਕੋ ਤੋਂ ਬਹੁਤ ਘੱਟ ਨੁਕਸਾਨ। ਸਰ ਜੀ ਇੱਕ ਹੋਰ ਚੀਜ਼ ਮੇਰੇ ਇਲਮ ਚ ਆਈ ਕਿ ਜਿਹੜੇ ਚੜ੍ਹਦੇ ਪੰਜਾਬ ਦੇ ਲੋਕੀ ਸਨ, ਬੇਸ਼ੱਕ ਉੱਥੇ ਸੈਲਾਬ ਸੀ, ਲੇਕਿਨ ਉਹ ਇਸ ਚੀਜ਼ ਤੋਂ ਵਾਕਿਫ ਸਨ ਕਿ ਜੇ ਪਾਕਿਸਤਾਨੀ ਆਪਣੇ ਦਰਿਆਵਾਂ ਦੇ ਦਰੇ ਖੋਲ੍ਹਦੇ ਨੇ ਤੇ ਇੱਥੇ ਵੀ ਸੈਲਾਬ ਆ ਸਕਦਾ ਹੈ। ਔਰ ਉਹ ਵੀ ਆਚਾਰੇ ਸਨ ਕਿ ਇਹ ਨਾ ਖੋਲਣ, ਚਲੋ ਸੈਲਾਬ ਸਾਡੇ ਆਇਆ ਤੇ ਉਧਰ ਨਾ ਆਏ। ਇਹਦੇ ਚ ਕੀ ਬਾਰੇ ਕੀ ਤੁਸੀਂ ਜਾਣਦੇ? ਦੇਖੋ, ਜਦੋਂ ਇੰਡੀਅਨ ਇੰਤਜ਼ਾਮੀਆ ਨੇ ਪਾਕਿਸਤਾਨ ਦੀ ਇੰਤਜ਼ਾਮੀਆ ਨੂੰ ਵਾਰਨ ਕੀਤਾ ਕਿ ਇਹ ਸਿਚੁਏਸ਼ਨ ਹੈ, ਤੇ ਜਿਹੜੇ ਇੰਡੀਆ ਦੀ ਪਬਲਿਕ ਸੀ, ਖਾਸ ਤੌਰ ਤੇ ਜਿਹੜੇ ਬਾਰਡਰ ਦੇ ਨਾਲ ਰਹਿਣ ਵਾਲੇ ਲੋਕ ਸਨ ਨਾ, ਉਹਨਾਂ ਦੀ ਇਹੀ ਸੋਚ ਸੀ, ਇੱਕ ਪੋਜ਼ਿਟਿਵ ਸੋਚ ਸੀ ਉਹਨਾਂ ਦੀ ਕਿ ਯਾਰ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਹੈ। ਯਾਨੀ ਪਾਕਿਸਤਾਨ ਦਾ ਨੁਕਸਾਨ ਹੋਣਾ ਜੇ ਦਰੇ ਖੁੱਲ੍ਹਦੇ ਨੇ, ਜੇ ਦਰੇ ਉਹ ਖੋਲ੍ਹ ਦੇਣ ਤੇ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਹੈ। ਤੇ ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਆਪਣੇ ਹੈਡਵਰਕਸ ਇੰਡੀਆ ਨੇ ਬੰਦ ਕਰ ਛੱਡੇ ਸਨ। ਅੱਛਾ। ਪਬਲਿਕ ਨੇ ਖੁਦ, ਅੱਛਾ, ਹਾਂਜੀ, ਇੰਤਜ਼ਾਮੀਆ ਦੀ ਮੁਖਾਲਫਤ ਕਰਦਿਆਂ ਹੋਇਆਂ, ਲੇਕਿਨ ਪਾਕਿਸਤਾਨ ਦੀ ਇੰਤਜ਼ਾਮੀਆ ਨੇ ਉਹਨੂੰ ਇਤਲਾਹ ਕੀਤੀ ਹੈ ਕਿ ਦਰੇ ਖੋਲ੍ਹ ਦਿਓ, ਅਸੀਂ ਇੱਥੇ ਖੋਲ੍ਹ ਦਿੰਦੇ ਹਾਂ, ਤੁਸੀਂ ਵੀ ਖੋਲ੍ਹ ਦਿਓ, ਅੱਛਾ, ਡੱਕੋ ਨਾ ਪਾਣੀ, ਬਹੁਤ ਨੁਕਸਾਨ ਹੋਏਗਾ। ਤੇ ਉਹਨਾਂ ਲੋਕਾਂ ਨੂੰ, ਉਹਨਾਂ ਦੀ ਚੜ੍ਹਦੇ ਪੰਜਾਬ ਦੀ ਪਬਲਿਕ ਨੂੰ ਤਵੱਕੋ ਵੀ ਨਹੀਂ ਸੀ ਕਿ ਪਾਕਿਸਤਾਨ ਦੀ ਪਬਲਿਕ ਜਾਂ ਪਾਕਿਸਤਾਨ ਦੀ ਇੰਤਜ਼ਾਮੀਆ ਇਸ ਹੱਦ ਤੱਕ ਜਿਹੜਾ ਉਹ ਤਾਉਨ ਕਰੇਗੀ, ਕੋਆਪਰੇਟ ਕਰੇਗੀ। ਉਧਰ ਉਹ ਡੱਕੇ ਲਗਾ ਰਹੇ ਸਨ ਤੇ ਇੱਧਰ ਸਾਡੀ ਇੰਤਜ਼ਾਮੀਆ ਰਸਤੇ ਕਲੀਅਰ ਕਰ ਰਹੀ ਸੀ। ਤੇ ਇਹ ਇੱਕ ਬੜਾ ਇੱਕ ਅਨੋਖਾ ਵਾਕਿਆ ਹੈ। ਸਹੀ ਹੈ। ਇੱਕ ਜਿਹਨੂੰ ਕਹਿ ਸਕਦੇ ਹੋ ਕਿ ਇੱਕ ਇਨਸਾਨੀਅਤ ਦਾ ਇੱਕ ਅਜ਼ੀਮ ਤਰੀਨ ਮਿਸਾਲ ਕਾਇਮ ਕੀਤੀ ਹੈ ਦੋਵਾਂ ਸਾਈਡਾਂ ਨੇ। ਸਾਡਿਆਂ ਨੇ ਤਾਂ ਕੀਤੀ, ਉਹਨਾਂ ਵੀ ਬਹੁਤ ਕੀਤੀ ਹੈ ਜੀ। ਤੇ ਨਾਜ਼ਰੀਨ, ਤੁਸੀਂ ਸਾਰੀ ਗੱਲ ਸੁਣੀ ਤੇ ਦੇਖਿਆ ਕਿ ਇੱਕ ਅਹਿਮ ਔਰ ਤਰੀਕ ਸਾਜ਼ ਵਾਕਿਆ ਕਿ ਦੋਨੋਂ ਤਰਫ ਜਿਹੜਾ ਉਹ ਮੁਹੱਬਤਾਂ ਸਨ ਤੇ ਬਕਾਇਦਾ ਤੌਰ ਤੇ ਪਾਕਿਸਤਾਨ ਨੇ ਅੱਗੇ ਵੱਧ ਕੇ ਇਸ ਮੁਹੱਬਤ ਨੂੰ ਅੰਜਾਮ ਦਿੱਤਾ। ਔਰ ਇਹ ਵੇਖਦੇ ਹੋਇਆ ਕਿ ਪਾਕਿਸਤਾਨ ਦੇ ਅੰਦਰ, ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ ਵੀ ਸੈਲਾਬ ਆ ਸਕਦਾ, ਫਿਰ ਵੀ ਜਿਹੜਾ ਪਾਣੀ ਖੋਲ੍ਹਿਆ ਔਰ ਉਹਦਾ ਬਹਾਓ ਜਿਹੜਾ ਉਹ ਨਿਕਲਿਆ। ਔਰ ਕਈ ਇਲਾਕੇ ਜਿਹੜਾ ਉਹ ਮੁਤਾਸਰ ਵੀ ਹੋਏ, ਲੇਕਿਨ ਉਹਦੇ ਨਾਲ ਇਹ ਹੋਇਆ ਕਿ ਜਿਹੜਾ ਚੜ੍ਹਦਾ ਪੰਜਾਬ ਸੀ ਉਹਦਾ ਕਾਫੀ ਜ਼ਿਆਦਾ ਏਰੀਆ ਬਚ ਵੀ ਗਿਆ ਔਰ ਜਿੱਥੇ ਸੈਲਾਬ ਆਇਆ ਸੀ ਉਹ ਵੀ ਘਟ ਗਿਆ। ਤਾਂ ਸਿਆਲਕੋਟ ਦੇ ਮੁਤੱਲਿਕ ਮਜ਼ੀਦ ਵੀਡੀਓਜ਼ ਦੇਖਦੇ ਰਹੋ ਸਿਆਲਕੋਟ ਪਲੱਸ। ਮੈਨੂੰ ਇਜਾਜ਼ਤ ਦਿਓ। ਅਸਲਾਮ ਵਾਲੇਕੁਮ।